ਨਾਲ ਰਿਸ਼ਤਾ ਕਰਾਇਆ। ਉਹਨੇ ਆਖਿਆ ਕੋਈ ਗੱਲ ਨਹੀਂ, ਦਵਾਈਆਂ ਨੂੰ ਲੋਕੀ ਦਿੰਦੇ ਹੀ ਨਹੀਂ ਗਏ। ਉਹਨਾਂ ਨੇ ਤੁਹਾਨੂੰ ਦੱਸਿਆ ਸੀ ਕਿ ਮੁੰਡਾ ਦਵਾਜੂ ਹੈਗਾ, ਦੂਸਰੀ ਨਹੀਂ ਸ਼ਾਦੀ? ਉਹ ਤੇ ਪਤਾ ਲੱਗ ਗਿਆ ਸੀ ਨਾ ਜਦੋਂ ਨਿਕਾਹ ਕੀਤਾ ਸੀ। ਚੇਅਰਮੈਨ ਨੇ ਆਖਿਆ ਤੁਹਾਡੇ ਬੱਚੇ ਦੀ ਸ਼ਾਦੀ। ਨਿਕਾਹ ਦੇ ਵਕਤ ਤੁਹਾਨੂੰ ਪਤਾ ਲੱਗਿਆ ਸੀ? ਪਤਾ ਲੱਗਾ ਸਾਨੂੰ ਨਿਕਾਹ ਦੇ ਵਕਤ। ਤੇ ਜਦੋਂ ਮਾਂ ਜੀ ਤੁਸੀਂ ਆਪਣੀ ਧੀ ਦਾ ਰਿਸ਼ਤਾ ਕੀਤਾ ਸੀ ਤੇ ਇਹਨਾਂ ਦੇ ਬਾਰੇ ਚ ਕੀ ਦੱਸਦੇ ਸੀ? ਇਹਨਾਂ ਦੇ ਜਿਹੜੇ ਇਰਦ ਗਿਰਦ ਦੇ ਲੋਕ ਸੀ ਕਿ ਕਿਵੇਂ ਦੇ? ਦੱਸਿਆ ਨਹੀਂ ਪੁੱਤਰਾ, ਅਸੀਂ ਕਦੀ ਬਾਹਰ ਹੀ ਨਹੀਂ ਨਿਕਲਿਆ ਸੀ ਅੰਦਰ। ਜੇ ਮੈਂ ਇਹੋ ਜਿਹੀ ਹੁੰਦੀ ਤਾਂ ਮੈਂ ਕਿਉਂ ਕਿਸੇ ਨਾ ਵਕਤਾਂ ਨੂੰ ਪੈਂਦੀ। ਮੈਨੂੰ ਕੋਈ ਪਤਾ ਨਹੀਂ, ਮੈਨੂੰ ਤਾਂ ਮੋਈ ਦਾ ਵੀ ਨਹੀਂ ਹੁਣ ਪਤਾ ਕਿਸੇ ਨੇ ਦੱਸਿਆ। ਮੇਰੀ ਧੀ ਨੂੰ ਜਦੋਂ ਦਿਲ ਕਰਦਾ ਸੀ ਇੱਥੇ ਚੜ ਜਾਂਦਾ ਸੀ। ਬੂਹੇ ਚ ਖਲੋ ਕੇ ਮੇਰੀਆਂ ਨੂੰਹਾਂ ਨੇ ਆਖਣਾ ਭਾਈ ਅੰਦਰ ਆ ਜਾ, ਨਹੀਂ ਮੈਨੂੰ ਕੰਮ ਹੈ। ਸਸੁਰਾਲ ਨੇ ਛੱਡ ਜਾਣਾ ਜਦੋਂ ਕਿਤੇ ਮਰਨਾ ਪਰਨਾ ਹੋਣਾ, ਉਦੋਂ ਆਣ ਕੇ ਬਹਿਣਾ ਦੋਵਾਂ ਜੀਆਂ ਨੇ। ਮੈਂ ਉਹਨਾਂ ਦੀ ਖਿਦਮਤ ਕਰਨੀ। ਮੈਂ ਜਿੱਦਾਂ ਤੇਲ ਸੀ ਮੈਂ ਗਈ, ਮੈਂ ਤੁਸੀਂ ਸਾਰਿਆਂ ਨੇ ਸਾਡੇ ਘਰ ਆਉਣਾ ਜੇ, ਤੁਸੀਂ ਸਾਰੇ ਸਾਡੇ ਘਰ ਨਹੀਂ ਆਉਂਦੇ। ਮੈਂ ਤੁਸੀਂ ਵੀ ਬੱਚੇ ਦੀ ਸ਼ਾਦੀ ਕਰੋਗੇ ਤੇ ਆਵਾਂਗੇ। ਧੀਆਂ ਦੇ ਘਰ ਸਾਰਾ ਟੱਬਰ ਆਣ ਕੇ ਤੇ ਨਹੀਂ ਨਾ ਬਹਿ ਸਕਦਾ। ਇੱਕ ਦਿਨ ਗਿਆ ਕੋਈ ਈਦ ਦੇ ਆ, ਕੁਛ ਬਰਾਤ ਦੇ ਆ, ਇਹੋ ਹੀ ਕਹਿਣਾ ਹੁੰਦਾ ਨਾ, ਹੋਰ ਕੀ ਕਹਿਣਾ ਹੁੰਦਾ। ਤੁਹਾਡੀ ਧੀ ਆਪਣੇ ਸਹੁਰੇ ਕਿੰਨੇ ਅਰਸੇ ਖੁਸ਼ ਰਹੀ ਸੀ ਤੇ ਫਿਰ ਉਸ ਤੋਂ ਬਾਅਦ ਉਹਦੇ ਨਾਲ ਇਹ ਮਾਰ ਕਟਾਈ ਦਾ ਸਿਲਸਿਲਾ? ਪੁੱਤਰ ਜੀ ਮੈਂ ਕਿਸੇ ਦੇ ਘਰ ਗਿਆ ਤੇ ਨਹੀਂ ਨਾ ਪਤਾ ਹੁੰਦਾ। ਉਹਨੇ ਇੰਨਾ ਕਿ ਉਹਨੇ ਆਪਣੇ ਵੱਲੋਂ ਇਹਨਾਂ ਨਾਲ ਜ਼ਹਰ ਜਾਲ ਛੜਿਆ, ਖੜੀ ਲੱਤ ਉਹਨੇ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਉਸ ਤਰ੍ਹਾਂ ਕੀਤਾ। ਪਤਾ ਨਹੀਂ ਕੀ ਡਰਾ ਪਾਤਾ ਜਾਂਦਿਆਂ। ਬਾਅਦ ਚਾਹੁੰਦੀ ਰਹੀ ਮੈਂ ਆਪਣੇ ਬੱਚੇ ਨਹੀਂ ਛੱਡ ਸਕਦੀ। ਮੈਂ ਜਿੱਦਣ ਉੱਥੇ ਗਈ ਹਸਪਤਾਲ ਲਾਹੌਰ, ਮੈਂ ਪੁੱਤਰਾ ਮੈਂ ਮੁਕਾ ਲੈਂਦੀ ਤੇ ਚੰਗੀ ਨਾਚ ਰਹਿੰਦੀ। ਕਹਿੰਦੀ ਉਹਨੇ ਮੈਨੂੰ ਨਹੀਂ ਛੱਡਣਾ, ਮੈਂ ਮਰਾਂਗਾ ਤੇ ਛੱਡਾਂਗਾ। ਮੇਰੀ ਧੀ ਨੇ ਪਹਿਲਾਂ ਮਾਰ ਛੜਿਆ, ਮੈਂ ਕੀ ਕਰਾਂ? ਮਰ ਜਾ ਨਵਾਜ਼, ਮੇਰੀ ਸੁਣ ਲਾ, ਮੇਰੀ ਕੋਈ ਨਹੀਂ ਸੁਣਦਾ, ਮੈਂ ਕੀ ਕਰਾਂ? ਮੇਰੀ ਮਰਜ਼ੀ ਨਵਾਜ਼, ਮੈਨੂੰ ਇਨਸਾਫ ਲੈ ਦੇ। ਮੈਨੂੰ ਗੱਲ ਕਿਹੜੀ ਆ, ਮੈਨੂੰ ਇਨਸਾਫ ਲੈ ਦੇ। ਉਹ ਆਖਰੀ ਵਾਰੀ ਧੀ ਦੇ ਨਾਲ ਕੋਈ ਗੱਲ ਨਹੀਂ ਹੋਈ? ਕੀਤੀ ਹੈ ਮੈਂ ਵੀ ਆਖਿਆ ਮੈਂ ਧੀਆ ਅੱਜ ਮੈਂ ਮੁਕਾ ਲੈਂਦੀ ਤੇ ਤੇਰੀ ਮੈਂ ਉਹਦੀਆਂ ਅੱਖਾਂ ਮੈਨੂੰ ਸਹੀ ਮੇਰੇ ਹੱਥ ਨਾਲ ਇਸ਼ਾਰਾ ਕੀਤਾ। ਮੈਂ ਤੇਰਾ ਬੋਸਾ ਲਵਾਂ ਇੱਥੋਂ ਮੱਥੇ ਤੋਂ। ਮੇਰੇ ਕੋਲ ਤਾਂ ਉੱਚਾ ਬੈੱਡ ਤੇ ਨਹੀਂ ਹੋਇਆ ਜਾਂਦਾ, ਮੇਰਾ ਲੱਕ 'ਚ ਦਰਦ ਨਿਕਲਦੀ ਆ, ਮੈਂ ਠੀਕ ਨਹੀਂ ਗਈ। ਕਹਿੰਦੀ ਆ ਚੱਲ ਕੋਈ ਨਹੀਂ ਗੱਲ। ਮੇਰੀ ਧੀ ਖੁਸ਼ ਹੋ ਗਈ, ਆਂਦੀ ਆ ਮੈਂ ਨਾਲੀ ਕੱਢਾਂਗੀ, ਮੈਂ ਤੈਨੂੰ ਸਾਰੀਆਂ ਦੱਸਾਂਗੀ। ਮੈਂ ਧੀਆ ਤੂੰ ਮੈਨੂੰ ਕੋਈ ਨਹੀਂ ਦੱਸਦੀ ਰਹੀ। ਆਂਦੀ ਆ ਮੈਂ ਆਪਣਾ ਘਰ ਵਸਾਣਾ, ਮੈਂ ਜਦੋਂ ਪੁੱਛਣਾ ਪਰੇਸ਼ਾਨ ਹੋਣਾ ਮੈਂ ਕਿਹੜਾ ਮੈਂ ਆਪਣਾ ਘਰ ਵਸਾਣਾ। ਚੰਗਾ ਮੇਰੀ ਧੀ ਨੇ ਆਪਣਾ ਘਰ ਵਸਾਇਆ। ਜਾਲ ਮਾਰ ਕੇ ਹਿੰਦੂਆਂ ਮਾਈ ਸਾਰ ਛੜੀ। ਮਾਂ ਜੀ ਕਦੀ ਜਦੋਂ ਸੋਨੀਆ ਦੇ ਨਾਲ ਪਹਿਲੇ ਇਸ ਤਰ੍ਹਾਂ ਜ਼ਿਆਦਤੀ ਕਰਦੇ ਸੀ, ਸ਼ਾਦੀ ਤੇ ਨਹੀਂ ਆਣ ਦਿੱਤੀ, ਤੁਸੀਂ ਉਹਦੀ ਸੱਸ ਦੇ ਨਾਲ ਸਹੁਰੇ ਦੇ ਨਾਲ ਨਹੀਂ ਗੱਲਬਾਤ ਕੀਤੀ? ਕੋਈ ਨਹੀਂ, ਉਹਨਾਂ ਨੇ ਕੋਈ ਨਹੀਂ ਸਾਡੇ ਨਾਲ ਕੀਤੀ। ਉਹ ਕੀ ਕਹਿੰਦੇ ਸੀ? ਉਹ ਕੁਛ ਨਹੀਂ, ਉਹਨੇ ਕਿਹਾ ਇਹੋ ਹੀ ਗੱਲ ਕੀਤੀ ਹੈ ਵੀ ਤੁਸੀਂ ਸਾਡੇ ਘਰ ਆਉਂਦੇ ਸਾਰਾ ਟੱਬਰ, ਤੁਸੀਂ ਆਪਣੀਆਂ ਨੂੰਹਾਂ ਨੂੰ ਆਉਣ ਦਿੰਦੇ ਹੋ। ਇਹ ਤਾਂ ਕੋਈ ਵਜ੍ਹਾ ਨਹੀਂ ਨਾ ਹੁੰਦੀ ਵੀ। ਮੇਰੀ ਸੁਣ ਗੱਲ, ਸਾਰੇ ਜੀਤ ਨਹੀਂ ਨਾ ਆਣ ਕੇ ਬਹਿ ਜਾਂਦੇ ਧੀਆਂ ਦੇ ਘਰ। ਤੇ ਮੈਂ ਬੱਚੇ ਦੀ ਸ਼ਾਦੀ ਕਰਨ ਲੱਗੀ ਤੇ ਤੁਸੀਂ ਸਾਰੇ ਹੀ ਆਇਓ। ਮੈਂ ਤੁਸੀਂ ਜਾ ਕੇ ਖੁਦ ਦਾਵਤ ਦੇ ਕੇ ਮੈਂ ਆਪੀ ਤੇਲ ਵਾਲੇ ਦਿਨ ਸੁਬਹ ਚੱਲ ਗਈ। ਮੈਂ ਰਾਤ ਨੂੰ ਮਹਿਮਾਨ ਹੋਣੇ ਨੇ ਤੇ ਮੈਂ ਤੁਸੀਂ ਇਸ ਤਰ੍ਹਾਂ ਨਾ ਮਿਸਾਲ ਆ ਜਿਓ ਜੇ। ਮੈਂ ਤੁਸੀਂ ਬੱਚੇ ਦੀ ਕਰੋਗੇ, ਮੈਂ ਤਿੰਨੇ ਨੂੰਹਾਂ ਲੈ ਕੇ ਆਪਣੇ ਘਰੋਂ ਤੇਰੇ ਕੋਲ ਆਵਾਂਗੀ। ਕਿਉਂ ਨਹੀਂ ਆਣਾ? ਮੈਂ ਭੈਣ ਨਾ ਕਰੋ। ਤੂੰ ਆਖਣ ਲਗਾ ਨਹੀਂ ਸਾਡਾ ਪੁੱਤਰ 2 ਸਾਲ ਹੋ ਗਿਆ ਹੀ ਨਹੀਂ ਜਾਂਦਾ। ਤੁਸੀਂ ਕਦੋਂ ਆਖਿਆ? ਮੈਂ ਇਹਨਾਂ ਵਕਤਾਂ ਤੇ ਆਖਣਾ ਆਪੀ ਜਾਂਦੇ ਹੀ ਛੱਡ ਕੇ ਆਉਂਦੇ, ਸਾਨੂੰ ਪਤਾ ਕਾਰੋਬਾਰ ਵਾਲੇ ਤੁਸੀਂ ਵੀ ਭਾਜੀ ਛੱਡ ਕੇ ਆਉਂਦੇ ਸੋ। ਤੇ ਮੈਂ ਮੈਨੂੰ ਆਤੀਆਂ ਜਦੋਂ ਹੁੰਦੀਆਂ ਦਰਵਾਜ਼ਾ ਖੋਲਦੀਆਂ ਕੁੰਡੀ ਪਿਆ, ਕੁੜੀ ਨੇ ਕੁੰਡੀ ਖੜਕਾਣੀ ਤੇ ਖੋਲਣੀ ਤੇ ਆਖਣਾ ਭਾਈ ਆ ਜਾਓ, ਮੈਂ ਕੰਮ ਜਾਣਾ, ਮੈਂ ਨਹੀਂ ਟਾਈਮ। ਕੁੜੀ ਨੇ ਵੀ ਇਸ ਤਰ੍ਹਾਂ ਹੀ ਪੜਦੇ ਭਾਸ਼ਣ ਨੇ। ਕੁੜੀ ਨੇ ਮੈਨੂੰ ਕੋਈ ਸ਼ੈ ਨਹੀਂ ਗੱਲ ਦੱਸੀ। ਜੇ ਮੈਂ ਕਿਸੇ ਵੇਲੇ ਆਖਣਾ ਤੂੰ ਪਰੇਸ਼ਾਨ ਸੁੱਕ ਗਈ ਦੀਆਂ, ਤੂੰ ਇਸ ਤਰ੍ਹਾਂ ਮੈਂ ਤੇਰੇ ਰੰਗਤ ਹੈ ਨਹੀਂ। ਆਖਣਾ ਨਹੀਂ ਮਾਂ ਖਾ, ਸਭ ਕੁਝ ਹੀ ਖਾਣ ਨੂੰ ਮਿਲਦਾ, ਸਭ ਕੁਝ ਫਲਾਣੀ ਗੱਲ। ਮੈਂ ਹੁਣ ਆਪਣਾ ਘਰ ਨਾ ਵਸਾਵਾਂ, ਤੂੰ ਬਿਮਾਰ ਰਹਿੰਦੀ, ਮੈਂ ਤੈਨੂੰ ਕੀ ਸਾਰਾ। ਮੈਂ ਹੁਣ ਹਰ ਵਕਤ ਘਰਾਂ ਦੇ ਵਿੱਚ ਤੇ ਹੁੰਦੀਆਂ ਹੀ ਰਹਿੰਦੀਆਂ ਨੇ ਮਾਰੀਆਂ ਚੰਗੀਆਂ। ਮੈਂ ਤੈਨੂੰ ਹੁਣ ਕੀ ਦੱਸਦੀ ਰਿਹਾ ਕਰਾਂ ਨਿੱਕੀਆਂ ਪਰੇਸ਼ਾਨ ਉਹਨੇ ਆਖਣਾ ਦੇ ਮੈਨੂੰ ਪਿਓ ਦਾ ਮਤਲਬ ਸੀ ਵੀ ਮੈਨੂੰ ਢੱਕ ਲੈਗੀ ਜਾਂ ਰੱਖ ਲੈ ਜਾਂ ਕਿਸ ਤਰ੍ਹਾਂ ਮੈਂ ਆਪਣਾ ਘਰ ਵਸਾਣਾ। ਮਾਂ ਜੀ ਇਹ ਸੋਨੀਆ ਦੇ ਨਾਲ ਜਿਹੜਾ ਇਹ ਸਾਰਾ ਹਾਦਸਾ ਹੋਇਆ, ਉਹਨੂੰ ਮਿੱਟੀ ਦਾ ਤੇਲ ਉਹਦੇ ਤੇ ਸੁੱਟਿਆ, ਉਹਨੂੰ ਅੱਗ ਲਾ ਦਿੱਤੀ। ਸੋਨੀਆ ਨੇ ਕੋ ਆਪਣੇ ਮਰਦੇ ਕੋ ਲਿਖ ਕੇ ਬਿਆਨ ਦਿੱਤਾ ਹੈ ਕਿ ਜੀ ਮੇਰੇ ਨਾਲ ਕੀ ਹੋਇਆ, ਕਿੰਨੇ ਲਾਹੌਰ ਦਿੱਤਾ ਉਹਨੇ। ਕੀ ਕਹਿੰਦੀ ਸੀ ਉਹਦੇ ਚ? ਕੀ ਬਿਆਨ ਦੇ ਚ ਤੁਹਾਨੂੰ ਕੋ ਪਤਾ ਚੱਲਿਆ? ਉਹਦੇ ਮੈਂ ਨਹੀਂ ਸਾ ਉੱਥੇ, ਉਹਦਾ ਭਾਈ ਸੀ, ਉਹਨੇ ਦੱਸਿਆ ਹੈ। ਉਹ ਅਖਬਾਰ ਦੇ ਉੱਤੇ ਆਇਆ, ਖਬਰਾਂ ਦੇ ਵਿੱਚ ਮਰਜਮ ਨਵਾਜ਼ ਦੀ 70 ਸੀ ਜਿਹੜੀ ਪਾਕਿਸਤਾਨ ਦੀ ਹਿਨਾ ਪਰਵੇਜ਼, ਉਹਨੇ ਆਪ ਹੀ ਆਈ ਹੈ, ਉਹਨੇ ਆਪ ਹੀ ਸੁਣਿਆ।
ਉਹਨੇ ਆਖਿਆ ਇਹਦਾ ਕੇਸ ਤੁਸੀਂ ਬੱਚੀ ਬਚ ਜਾਏਗੀ, ਅੱਲਾ ਤੰਦਰੁਸਤੀ ਦੇ, ਤੇ ਇਹਨੂੰ ਉਹਦਾ ਲੂੰ ਪੁੱਟ ਕੇ ਨਾ ਉਹਨਾਂ ਦੇ ਘਰ ਭੇਜੋ। ਮੈਂ ਕਿਹਾ ਹਜੇ ਇੰਨਾ ਕੁਛ ਹੋ ਗਿਆ, ਮੈਂ ਹਜੇ ਵੀ ਕਰ ਲੈਣਾ ਹੈ। ਅੱਛਾ ਫਿਰ ਉਹਦਾ ਉਹਨਾਂ ਸਾਰਾ ਨੇ ਜਿਸਮ ਸੜ ਗਿਆ ਸੀ। ਸਾਰਾ ਸੜ ਗਿਆ ਦਾ ਸੀ, ਗੁਸਲ ਨਹੀਂ ਦੇ ਸਕੇ, ਪੈਰਾਂ ਹੱਥਾਂ ਨੂੰ ਜਿੱਥੇ ਜਿੱਥੇ ਸਹੀ ਦਿੱਤਾ, ਜਰਾ ਮੌਲਵੀਆਂ ਨੇ ਆਖਿਆ ਉਸਰਾ ਕੀਤਾ ਕਰਕੇ ਅਸੀਂ ਬਨਕੀਰ ਕੇ ਅਸੀਂ ਫਿਰ ਪੜ੍ਹਾਈ ਕਰਦੇ ਰਹੇ 1-2 ਵਜੇ ਤੋਂ ਤੁਰ ਕੇ ਸਵੇਰ ਤੱਕ ਸਾਰੀ ਦਿਨ ਸਫ਼ਰ ਕਰਕੇ ਉਹਨੂੰ ਮੈਂ ਅੱਲਾ ਨੂੰ ਰਸਾਈ ਕਰਦੀ। ਮੈਂ ਅੱਲਾ ਸੋਹਣਿਆ ਤੇਰੇ ਵਾਸਤੇ ਦੁਨੀਆ ਤੇ ਦੋਸ਼ਕ ਬਣਾਇਆ, ਤੇਰੇ ਸਸੁਰਾਲ ਨੇ, ਤੇਰੇ ਮੀਆਂ ਨੇ ਚੰਗਾ ਬਜਾਜੀ ਖੁਦਾ ਹੈ, ਚੰਗਾ ਮਾਲਕ ਹੈ, ਚੰਗੇ ਇਹੋ ਜਿਹੇ ਹਕੂਕ ਨੇ, ਬੀਵੀ ਦਾ ਕੋਈ ਹਕੂਕ ਨਹੀਂ ਛੱਡਿਆ ਦਾ, ਬੁੱਢੀ ਦਾ ਕੋਈ ਹਕੂਕ ਨਹੀਂ ਆਪਣੇ ਮਰਦ ਨਾਲ ਕੋਈ ਗੱਲ ਕਰਨ ਦਾ। ਤੁਸੀਂ ਆਪਣੇ ਜਵਾਈ ਨੂੰ ਪੁੱਛਿਆ ਸੀ ਕਿ ਇਹ ਕੀ ਕੀਤਾ ਜੇ ਤੈਨੂੰ ਕੋਈ ਸ਼ਰਮ ਨਹੀਂ ਮੇਰੇ ਆਈ? ਸਾਹਮਣੇ ਹੀ ਨਹੀਂ ਹੋਇਆ, ਉੱਥੇ ਛੱਡ ਕੇ ਨੱਸ ਗਿਆ ਸੀ? ਨਹੀਂ, ਉਹ ਤੇ ਛੱਡ ਕੇ ਤੋੜਿਆ ਤੇ ਜਦੋਂ ਮੈਂ ਲੋੜ ਨਹੀਂ ਸੀ ਉਧਰ ਅੰਦਰ ਹੋ ਗਿਆ ਸੀ, ਫੜ ਲਿਆ ਸੀ, ਫੜ ਲਿੱਤਾ ਜੀ? ਤਾਂ ਸਿਰਫ ਕੱਲੇ ਜਵਾਈ ਨੂੰ ਫੜਿਆ ਹੈ? ਫੜਿਆ ਦਾ। ਜਵਾਈ ਨੂੰ ਫੜਿਆ ਰਿਹਾ। ਤੁਸੀਂ ਮਾਂ ਜੀ ਕੀ ਕਹੋਗੇ? ਅਸੀਂ ਥੋੜੇ ਦਿਨ ਪਹਿਲੇ ਇੱਕ ਹੋਰ ਇਸ ਤਰ੍ਹਾਂ ਦੀ ਬੇਟੀ ਦੇ ਨਾਲ ਜ਼ੁਲਮ ਹੋਇਆ, ਉਹ ਵੀ ਸਸੁਰਾਲ ਦੇ ਵਿੱਚ ਉਹਨੂੰ ਤਜ਼ਾਬ ਬਣਾ ਦਿੱਤਾ, ਇਹ ਕਿਉਂ ਨਹੀਂ ਰੋਕਿਆ ਜਾ ਰਿਹਾ? ਕੀ ਵਜ੍ਹਾ? ਮੈਂ ਚਾਹਨੀ ਆ ਅੱਲਾ ਮਰਜਮ ਨਵਾਜ਼ ਹੈ, ਇਨਸਾਫ ਹੋਣਾ ਚਾਹੀਦਾ ਲੋਕਾਂ ਦੀਆਂ। ਮੇਰੀ ਜਿਸ ਤਰ੍ਹਾਂ ਬੱਚੀ ਨਾਲ ਹੋਇਆ ਇਸ ਤਰ੍ਹਾਂ ਕਿਸੇ ਦੀ ਬੱਚੀ ਨਾਲ ਨਹੀਂ ਇਸ ਤਰ੍ਹਾਂ ਹੋਣਾ ਚਾਹੀਦਾ। ਕੋ ਇਹਨਾਂ ਤੇ ਕੋਈ ਲਾਜ ਕਰ ਛੜੇ ਨਾ ਦਾ ਤੇ ਇਹਨਾਂ ਨੂੰ ਤਾਂ ਸਮਝਾ ਛੜ ਕੇ ਉਹ ਇਹਨਾਂ ਜ਼ੁਲਮ ਵਿਆਹ ਕੇ ਖੜ ਕੇ ਕਰਦੇ ਕਾਨੂੰਨ ਸਾਜ਼ੀ ਨੇ। ਕਰਨੀ ਚਾਹੀਦੀ ਹੈ ਇਹਨਾਂ ਨੂੰ, ਕਾਨੂੰਨ ਸਾਜ਼ੀ ਕਰਕੇ ਉਹਦੀ ਇਬਰਤਨਾਕ ਸਜ਼ਾ ਦੇਣੀ ਚਾਹੀਦੀ ਹੈ ਬੜੀਆਂ ਇਹਨਾਂ ਬੱਚੀਆਂ ਨੂੰ ਨੂੰ। ਇਸ ਮੇਰੀ ਤਰ੍ਹਾਂ ਬੱਚੀ ਨੇ ਆਖਰੀ ਵਕਤ ਤੇ ਉਹਨੂੰ ਮੈਂ ਉਹਨੂੰ ਕਿਹਾ ਪੁੱਤਰ ਮੈਂ ਚੱਲਿਆ, ਉਹਨੇ ਕਿਹਾ ਨਾ ਜਾਈਓ ਬੁਝੀ ਹਲੇ। ਫਿਰ ਮੈਂ ਉਹਨੂੰ ਕੇਕ ਖਵਾਇਆ, ਦੁੱਧ ਵਿੱਚ ਭਿਓਇਆ ਦਾ ਕੇਕ ਖਵਾਇਆ, ਖਵਾ ਕੇ ਉਹਨੇ ਕਿਹਾ ਬੁਝੀ ਮੈਨੂੰ ਪਾਣੀ ਦਿਓ, ਮੈਂ ਪਾਣੀ ਵੀ ਪਿਲਾਇਆ, ਪਾਣੀ ਪਿਲਾਇਆ ਤੇ ਫਿਰ ਮੈਂ ਉਹਨੂੰ ਕਿਹਾ ਪੁੱਤਰ ਹੁਣ ਮੈਂ ਜਾਵਾਂ। ਉਹਨੇ ਕਿਹਾ ਬੁਝੀ ਠਹਿਰੋ, ਚਿਹਰਾ ਥੱਲੇ ਕੀਤਾ, ਉਹਨੇ ਮੇਰਾ ਇਧਰੋਂ ਵੀ ਭੋਸਾ ਲਿਆ, ਇਧਰੋਂ ਵੀ ਭੋਸਾ ਲਿਆ ਜੇ। ਫਿਰ ਮੈਂ ਉਹਦਾ ਹੱਥ ਚੁੰਮਿਆ, ਚੁੰਮ ਕੇ ਉਹਦਾ ਮੈਂ ਮੱਥਾ ਚੁੰਮਿਆ, ਮੈਨੂੰ ਕਹਿੰਦੀ ਹੁਣ ਤੁਸੀਂ ਜਾਓ। ਇਹ ਮੇਰੇ ਨਾਲ ਆਖਰੀ ਮੁਲਾਕਾਤ ਸੀ ਤੇ ਆਖਰੀ ਉਹਨੇ ਗੱਲ ਕੀਤੀ ਸੀ ਕਿ ਮੇਰੇ ਨਾਲ ਇਸ ਤਰ੍ਹਾਂ ਦੀ। ਮੈਂ ਹੁਣ ਤੁਹਾਨੂੰ ਕੀ ਦੱਸ ਸਕਦਾ, ਉਸ ਵੇਲੇ ਮੇਰਾ ਕੀ ਜ਼ਮੀਰ ਇਜਾਜ਼ਤ ਦਿੰਦਾ ਸੀ ਤੇ ਮੈਂ ਕੀ ਕਰਾਂ ਹੁਣ ਇੱਥੇ ਤੇ ਕੀ ਨਾ ਕਰਾਂ। ਕਰਿਆ ਸਾਡੇ ਨੂੰ ਵੇਖ ਕਰਿਆ ਸੀ ਮੋਈ ਤੇ ਜਾਣਾ ਸੀ ਐਡੀ ਦੂਰ ਪ੍ਰਦੇਸ਼ ਸਿਆਲਕੋਟ ਲਾਹੌਰ, ਸਾਨੂੰ ਕੀ ਪਤਾ, ਅਸੀਂ ਤਾਂ ਕਿਰਾਏ ਵੀ ਨਹੀਂ ਕਰ ਸਕਦੇ ਹਰ ਵਕਤ। ਕਰਿਆ ਕਿਸ ਤਰ੍ਹਾਂ ਬੱਚੇ ਦੇ ਸ਼ੌਕ ਪੂਰੇ ਕਰਦੇ ਆ, ਮੈਂ ਕੀ ਕਰੀਏ? ਤੇ ਜਿਹੜੇ ਤੁਹਾਡੇ ਧੀ ਦੇ ਬੱਚੇ ਨੇ ਉਹ ਕਿੱਥੇ ਨੇ? ਬੱਚੇ ਠਾੜੇ ਵਾਲਿਆਂ ਨੇ ਸਾਨੂੰ ਦਿੱਤਾ ਵੀ ਜਾਓ, ਮੈਂ ਉਹਨੂੰ ਲਾਹੌਰ ਚੱਲਿਆ, ਇਹਨਾਂ ਨੂੰ ਬੁਲਾ ਲਿਆ। ਉਦੋਂ ਉਹਨਾਂ ਨੇ ਆਪੀ ਇਹ ਬਾਪ ਦੇ ਹੱਥੋਂ ਦਵਾਲੇ ਨੇ, ਠਾੜੇ ਨਾਲਾਂ ਨੇ ਆਪਣੇ ਹੱਥੀਂ ਦਵਾਏ ਨੇ। ਇਹ ਸਭ ਤੋਂ ਛੋਟੀ ਬੱਚੀ ਜੇ 6 ਤੋਂ 7 ਮਾਹ ਦੀ ਬੱਚੀ ਹੈ, ਦੁੱਧ ਮਾਂ ਦਾ ਪੀਂਦੀ ਸੀ। ਹੁਣ ਕਿਹੜੀ ਮਾਂ ਦਾ ਦੁੱਧ ਪੀਵੇਗੀ? ਗਾਂ ਦਾ ਪੀਵੇਗੀ, ਮੱਝ ਦਾ ਪੀਵੇਗੀ, ਉਹ ਮਾਂ ਦੀ ਬਣੇਗੀ। ਫੀਟਰ ਦੇ ਨਾਲ ਪੀਂਦੀ ਜੇ ਦੁੱਧ। ਜਿਸ ਦਿਨ ਸਾਨੂੰ ਦਿੱਤੇ ਗਏ ਨੇ ਇਹਨਾਂ ਦਾ ਕਿਸੇ ਦਾ ਇੱਕ ਫੀਟਰ ਵੀ ਨਹੀਂ ਸਜਿਆ। ਸਵੇਰ ਜਾ ਕੇ ਨਮਾਜ਼ ਫਜਰ ਦੀ ਪੜੀ ਸਾਜੇ ਤੇ ਇੱਕ ਦੁਕਾਨ ਜਾਂਦਿਆਂ ਮੈਂ ਉਹਦੇ ਲਈ ਚੂਸ ਵੀ ਉੱਥੋਂ ਲਈ। ਜਾ ਕੇ ਤੇ ਉਹਦਾ ਫੀਟਰ ਦੋਵਾਂ ਦੇ ਲਏ ਨੇ, ਤਿੰਨਾਂ ਦੇ ਲੈ ਕੇ ਉਹਦੇ ਕੋਲ ਬ੍ਰੈਡ ਲਈਏ, ਆਂਡੇ ਲਏ ਨੇ, ਇਹਨਾਂ ਨੂੰ ਲਿਆ ਕੇ ਦਿੱਤੇ। ਇਹਨਾਂ ਦਾ ਕੀ ਕਸੂਰ ਹੈ ਬੱਚਿਆਂ ਦਾ? ਛੋਟੇ ਛੋਟੇ ਬੱਚੇ ਨੇ, ਇਹਨਾਂ ਨੂੰ ਕਿਹਨੇ ਰਾਤ ਦੇਖਣਾ? ਜਾਂਦਿਆਂ ਲਾਹੌਰ ਅਸੀਂ चूस नहीं लाई, चूस नहीं ला के नाज़रीन, फिर आपने सब तो इस छोटी बच्ची मासूम है, बच्ची का क्या गुनाह है? ਇਹਨੂੰ ਲਿਆਓ। यकीन करें कि मेरे पास अल्फाज नहीं है कि मैं क्या आपको बताऊं और क्या ना बताऊं। मेरी आंखों से मेरा दिल जो है ना वो ज़ारो कतार रो रहा है। इन मासूम बच्चों का क्या कसूर था? उस बेगुनाह खतून का क्या कसूर था जो जुल्म सहती रही? यकीन करें कि ये छोटे छोटे मासूम बच्चे जिनका कोई गुनाह नहीं है, ये जब बड़े होंगे तो क्या सोचेंगे कि हमारी माँ के साथ क्या हुआ था। 3 साल तक आखिरी दीदार करना इन बच्चों को नसीब नहीं हुआ। उस खातून का पूरा जिस्म जो है वो मट्टी का तेल फेंककर इन लोगों ने आग लगा दी। और ये जालिम शख्स जिसे एक औरत का मजाजी खुदा कहा जाता है, वो कैसा मजाजी खुदा था जिसने इन बच्चों को नहीं देखा। ये बच्ची, इस बच्ची पर क्या गुजरेगी? इस बच्ची की माँ के साथ जो जुल्म किया गया, आप अंदाजा लगा सकते हैं। मुझे इंतहाई खौफनाक महसूस हो रहा है कि मुझे बताते हुए मेरा जहन काम करना छोड़ गया। अगली वीडियो में हम मकतूला की बहन और उसके भाई का मौक़िफ़ आपके सामने रखेंगे कि उन्होंने आखिरी बार अपनी बहन के साथ जो दिन गुजारे, उस बहन ने इशारों के साथ अपनी बहन, अपने भाई को अपने साथ होने वाला जो जुल्म है वो किस तरह से बताया। यकीन करें कि मैं चीख चीख के जो है वो मुझे शर्म आती है कि हमारे जो मुर्दा ज़बीर बेहिस हुक्मरान जो हैं वो आते ज़रूर हैं, वो ऐसे गमज़दा लोगों के दुख में शामिल ज़रूर होते हैं, लेकिन जैसे ही इनकी दहलीज़ को पार करते हैं फिर उसके बाद भूल जाते हैं कि इनको
इंसाफ कैसे मिलेगा? ये माँ जो चीख चीख कर मरियम नवाज से इंसाफ का मुतालबा कर रही है, हम भी उसी से यही कहेंगे कि आपने कहा था कि मैं माँ हूँ, और माँ जब बनती है तो फिर इस तरह की माएँ चीखो पुकार नहीं करती। खुदारा ऐसे जालिम लोगों के लिए कुछ ऐसा मैकेनिज्म बनाएं, कुछ ऐसे कानून बनाएं जिससे ये लोग जुल्म करते हुए इनके हाथ पांव कांप जाए कि अगर हमने किसी बेगुनाह खतून का, किसी बेगुनाह किसी गरीब की बेटी के साथ ऐसा जुल्म किया तो हमारे साथ जो जुल्म होगा वो तारीख याद रखेगी। लेकिन ये तब तारीख में ऐसा होगा जब ऐसे जालिम लोगों को निशाने इबरत बनाया जाएगा। ये मासूम बच्ची जो मेरी गोद में देख रहे हैं, जिसको ये अंदाज़ा नहीं है कि इसकी माँ कहाँ पर है, इसके नाना ने कहा कि ये दूध किसका पिएगी, भैंस का पिएगी, गाय का पिएगी, या कौन है जो इसकी ममता, जो माँ होती है वो उसकी जो मोहब्बत होती है वो सिर्फ माँ ही पूरा कर सकती है। ये बच्चे जो माँ की ममता से महरूम हो गए हैं, आखिरकार इनको माँ की ममता का जो प्यार है वो कौन देगा?